ਸਤਿ ਸ੍ਰੀ ਅਕਾਲ, ਨਮਸਕਾਰ। ਇੱਕ ਵਾਰ ਫਿਰ ਤੁਹਾਡਾ ਇੱਕ ਹੈਲਥ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ। ਐਂਡ ਮੈਨੂੰ ਯਕੀਨ ਹੈ ਕਿ ਤੁਸੀਂ ਇਸ ਹੈਲਥ ਸ਼ੋਅ ਦੇ ਐਪੀਸੋਡਸ ਨੂੰ ਦੇਖ ਕੇ ਆਪਣੀ ਸਿਹਤ ਦਾ ਜ਼ਰੂਰ ਖਿਆਲ ਰੱਖ ਰਹੇ ਹੋਵੋਗੇ। ਅੱਜ ਅਸੀਂ ਇੱਕ ਬੜੀ ਕਾਮਨ ਬਿਮਾਰੀ ਅਗੇਨ, ਜਿਹੜੀ ਕਿ ਆਮ ਤੌਰ 'ਤੇ ਹਰ ਘਰਾਂ ਦੇ ਵਿੱਚ ਦੇਖੀ ਜਾਂਦੀ ਹੈ, ਐਂਡ ਸਾਨੂੰ ਉਹਦੇ ਬਾਰੇ ਬੜੇ ਸਵਾਲ ਸਾਡੇ ਮਨ 'ਚ ਵੀ ਰਹਿੰਦੇ ਆ, ਬਹੁਤ ਸਾਰੇ ਮਿਥਸ ਵੀ ਨੇ ਸਾਡੇ ਕੋਲ ਉਸ ਬਿਮਾਰੀ ਨੂੰ ਲੈ ਕੇ। ਉਹ ਹੈ ਬ੍ਰੌਂਕੀਅਲ ਐਸਥਮਾ, ਦਮੇ ਦੀ ਬਿਮਾਰੀ, ਜਿਹੜੀ ਕਿ ਬੜੀ ਕਾਮਨਲੀ ਦੇਖੀ ਜਾਂਦੀ ਹੈ। ਐਂਡ ਉਹਨੂੰ ਡਿਸਕਸ ਕਰਨ ਦੇ ਲਈ, ਉਹਦੇ ਨਾਲ ਹੋਰ ਜਾਣਕਾਰੀ ਲੈਣ ਦੇ ਲਈ ਅਸੀਂ ਸ਼ਹਿਰ ਦੇ ਬਹੁਤ ਹੀ ਮਸ਼ਹੂਰ ਪਲਮਨੋਲੋਜਿਸਟ ਡਾਕਟਰ ਰਵਨੀਤ ਗਰੋਵਰ ਨੂੰ ਅੱਜ ਸਟੂਡੀਓ 'ਚ ਬੁਲਾਇਆ ਹੈ। ਡਾਕਟਰ ਸਾਹਿਬ, ਤੁਹਾਡਾ ਬਹੁਤ ਸਵਾਗਤ ਜੀ ਸਟੂਡੀਓ ਦੇ ਵਿੱਚ, ਐਂਡ ਥੈਂਕ ਯੂ ਵੈਰੀ ਮਚ ਫॉर ਕਮਿੰਗ। ਐਂਡ ਮੈਂ ਡਾਕਟਰ ਸਾਹਿਬ ਸ਼ੁਰੂ ਇੱਥੋਂ ਕਰਾਂਗਾ ਕਿ ਵੀ ਬ੍ਰੌਂਕੀਅਲ ਐਸਥਮਾ ਜਿਹੜਾ ਹੈ, ਇਹਦਾ ਕਿੰਨਾ ਕੁ ਕਾਮਨ ਹੈ ਸਾਡੇ ਸੁਸਾਇਟੀ ਦੇ ਵਿੱਚ, ਐਂਡ ਇਹ ਕਿਹੜੀ ਕਿਹੜੀ ਏਜ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ? ਅਸਥਮਾ ਜਿਵੇਂ ਕਿ ਸਾਹ ਦੀ ਐਲਰਜੀ ਨੂੰ ਅਸੀਂ ਅਸਥਮਾ ਕਹਿੰਦੇ ਆ, ਜਿਹਦੇ ਕਰਕੇ ਸਾਹ ਦੇ ਰਸਤੇ ਭੀੜੇ ਤੰਗ ਹੋ ਜਾਂਦੇ ਨੇ, ਉਹ ਇੱਕ ਅਸਥਮਾ ਹੈ। ਐਲਰਜੀ ਅੱਜ ਦੀ ਡੇਟ ਦੇ ਵਿੱਚ ਹਰ ਤਿੰਨਾਂ ਵਿੱਚੋਂ ਇੱਕ ਆਦਮੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਐਲਰਜੀ ਤੋਂ ਉਹ ਸਫਰ ਕਰਦਾ ਹੈਗਾ, ਤੇ ਉਹਦੇ ਵਿੱਚੋਂ ਦੀ ਸਭ ਤੋਂ ਕਾਮਨ ਰੈਸਪੀਰੇਟਰੀ ਟਰੈਕਟ ਐਲਰਜੀ ਹੈ। ਉਹ ਬੇਸ਼ੱਕ ਨੱਕ ਦੀ ਐਲਰਜੀ ਹੋਵੇ ਜਾਂ ਸਾਹ ਦੀ ਐਲਰਜੀ ਹੋਵੇ। ਸੋ ਤਕਰੀਬਨ ਜੇਕਰ ਅਸੀਂ ਡਾਟਾ ਦੇ ਹਿਸਾਬ ਨਾਲ ਚੱਲੀਏ ਤੇ 3% ਆਫ ਦਾ ਪੋਪੂਲੇਸ਼ਨ ਜਿਹੜੀ ਕਿ ਐਟ ਐਨੀ ਵਨ ਪੁਆਇੰਟ ਆਫ ਟਾਈਮ ਸਫਰ ਕਰਦੀ ਹੈ। ਬਟ ਜੋ ਅਸੀਂ ਰੂਟੀਨਸ ਦੇਖਦੇ ਹੈਗੇ ਆ ਕਿ ਕਿਸੇ ਵੀ ਏਜ ਗਰੁੱਪ, ਨਿਊ ਬੌਰਨ ਤੋਂ ਲੈ ਕੇ 70 ਇਅਰਸ ਉੱਪਰ ਤੱਕ ਵੀ ਹੈਵ ਸੀਨ ਪੇਸ਼ੈਂਟਸ ਜਿਹੜੇ ਕਿ ਇਸ ਬਿਮਾਰੀ ਤੋਂ ਗ੍ਰਸਤ ਹੈਗੇ ਨੇ। ਨਿਊ ਬੌਰਨ 'ਚ ਵੀ ਬ੍ਰੌਂਕੀਅਲ ਐਸਥਮਾ ਹੋ ਜਾਂਦਾ ਹੈ? ਹਾਂਜੀ, ਨਿਊ ਬੌਰਨ ਦੇ ਵਿੱਚ ਅਸੀਂ ਇਹਨੂੰ ਬ੍ਰੌਂਕੀਅਲ ਐਸਥਮਾ ਲੇਬਲ ਨਹੀਂ ਕਰੀਦਾ, ਅਸੀਂ ਇਹਨੂੰ ਐਜ਼ ਅ ਬ੍ਰੌਂਕਾਈਟਿਸ ਆਫ ਦਾ ਨਿਊ ਬੌਰਨ ਲੇਬਲ ਕਰੀਦਾ। ਓਕੇ, ਪਰ ਉਹਦੀ ਵੇਰੀਐਂਟ ਹੀ ਹੈ। ਹਾਂ, ਜਿਨ੍ਹਾਂ ਦੀ ਫੈਮਿਲੀ ਹਿਸਟਰੀ ਸਟਰੋਂਗ ਹੋਵੇ, ਸਪੋਜ਼ ਮਦਰ ਨੂੰ ਅਸਥਮਾ ਹੈ, ਫਾਦਰ ਨੂੰ ਅਸਥਮਾ ਹੈ, ਫੈਮਿਲੀ ਵਿੱਚ ਚੱਲਦਾ ਜਿਨ੍ਹਾਂ ਦੀ, ਉਹਨਾਂ ਦੇ ਬੱਚਿਆਂ ਦੇ ਵਿੱਚ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਹੈਗੇ ਨੇ। ਕਈ ਲੋਕੀ ਕਹਿੰਦੇ ਆ, ਮਿਥ ਕਹਿ ਲਓ, ਮੈਨੂੰ ਨਹੀਂ, ਆਈ ਡੋਂਟ ਨੋ, ਕੋਈ ਲੋਕ ਕਹਿੰਦੇ ਜਿਉਂ ਜਿਉਂ ਬੰਦਾ ਵੱਡਾ ਹੁੰਦਾ ਹੈ ਬ੍ਰੌਂਕੀਅਲ ਐਸਥਮਾ ਠੀਕ ਹੁੰਦਾ ਰਹਿੰਦਾ ਹੈ। ਆਮ ਤੌਰ ਤੇ ਬੱਚਿਆਂ ਨੂੰ ਜਦੋਂ ਵੀ ਅਸਥਮਾ ਜਾਂ ਖਾਂਸੀ ਰਹਿੰਦੀ ਹੈ, ਲੋਕੀ ਇਲਾਜ ਨਹੀਂ ਕਰਾਉਂਦੇ ਇਹ ਸੋਚ ਕੇ ਕਿ ਵੱਡਾ ਹੋਏਗਾ ਠੀਕ ਹੋ ਜਾਏਗਾ, ਬਟ ਇਹ ਧਾਰਨਾ ਬਿਲਕੁਲ ਗਲਤ ਹੈਗੀ ਹੈ। ਉਲਟਾ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਤੇ ਉਸ ਟਾਈਮ ਤੇ ਉਹਦੇ ਲੰਗਸ ਜਿਹੜੇ ਡਿਵੈਲਪ ਹੋ ਰਹੇ ਹੁੰਦੇ ਤੇ ਉਹ ਡਿਵੈਲਪਿੰਗ ਫੇਜ਼ ਵਿੱਚ ਹੁੰਦੇ ਹੈਗੇ ਨੇ, ਤੇ ਜੇਕਰ ਉਹ ਡਿਵੈਲਪਮੈਂਟ ਵੇਲੇ ਡਿਫੈਕਟ ਰਹੇਗਾ ਤੇ ਜੇ ਬਚਪਨ ਦੇ ਵਿੱਚ ਅਸੀਂ ਅਸਥਮਾ ਦਾ ਇਲਾਜ ਨਹੀਂ ਕਰਾਇਆ ਤੇ ਉਸ ਬੱਚੇ ਨੂੰ ਲਾਈਫ ਲੌਂਗ ਵਾਸਤੇ ਅਸਥਮਾ ਹੋ ਸਕਦਾ। ਤੇ ਜੇਕਰ ਅਸੀਂ ਉਹਦਾ ਇਲਾਜ ਕਰਾ ਕੇ ਉਹਦੇ ਸਿੰਪਟਮਸ ਨੂੰ ਕੰਟਰੋਲ ਵਿੱਚ ਰੱਖੀਏ ਤਾਂ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ, ਲੰਗਸ ਦਾ ਸਾਈਜ਼ ਵੱਡਾ ਹੁੰਦਾ, 에ਅਰਵੇਜ਼ ਦਾ ਸਾਈਜ਼ ਵੱਡਾ ਹੁੰਦਾ, ਤੇ ਉਹ ਰਿਕਵਰ ਕਰ ਜਾਂਦਾ ਟਾਈਮ ਦੇ ਨਾਲ। ਸੋ ਇਹਦਾ ਇਲਾਜ ਵਿੱਚ ਹੀ ਇਹਦੀ ਰਿਕਵਰੀ ਹੈਗੀ ਹੈ। ਤੇ ਐਲਰਜੀ ਕਿਸ ਚੀਜ਼ ਤੋਂ, ਐਲਰਜੀ ਸਾਨੂੰ ਕਿਸ ਤਰ੍ਹਾਂ ਪਤਾ ਚੱਲੇ ਵੀ ਕਿਸ ਚੀਜ਼ ਤੋਂ ਐਲਰਜੀ ਹੋ ਰਹੀ ਹੈ? ਲੋਕੀ ਸਮਝਦੇ ਨੇ ਅਸੀਂ ਕੁਝ ਵੀ ਖਾਂਦੇ ਹਾਂ, ਆਮ ਤੌਰ ਤੇ ਲੋਕੀ ਆਂਦੇ ਨੇ ਕਿ ਦੁੱਧ, ਦਹੀਂ, ਚਾਵਲ, ਕੇਲਾ, ਇਹ ਸਭ ਚੀਜ਼ਾਂ ਤੋਂ ਉਹਨਾਂ ਦੇ ਦਿਮਾਗ ਵਿੱਚ ਹੈ ਕਿ ਇਹਨਾਂ ਤੋਂ ਐਲਰਜੀ ਹੁੰਦੀ ਹੈ। ਜੇ ਅਸੀਂ ਕਾਮਨ ਚੀਜ਼ ਦੇਖੀਏ, ਸਾਰੀ ਚੀਜ਼ਾਂ ਚਿੱਟੀਆਂ, ਅਸੀਂ ਬਲਗਮ ਕੱਢਦੇ ਹਾਂ, ਉਹ ਚਿੱਟੇ ਰੰਗ ਦੀ ਹੁੰਦੀ ਹੈ। ਤੇ ਲੋਕੀ ਸਮਝਦੇ ਨੇ ਚਿੱਟੀ ਚੀਜ਼ ਅਸੀਂ ਖਾਵਾਂਗੇ ਤੇ ਚਿੱਟੀ ਬਲਗਮ ਅੰਦਰ ਬਣੇਗੀ, ਬਟ ਇਫੈਕਟ ਇਹ ਹੈ ਕਿ ਸਾਹ ਦਾ ਰਸਤਾ ਤੇ ਸਾਡੇ ਪੇਟ ਦਾ ਰਸਤਾ ਦੋਨੋਂ ਅਲੱਗ-ਅਲੱਗ ਹੁੰਦੇ ਹੈਗੇ ਨੇ। ਜੋ ਅਸੀਂ ਖਾਣੇ ਪੀਂਦੇ ਹਾਂ ਉਹਦਾ ਐਲਰਜੀ ਨਾਲ ਜਾਂ ਅਸਥਮਾ ਨਾਲ ਕੋਈ ਸੰਬੰਧ ਨਹੀਂ ਹੈਗਾ। ਜੋ ਅਸੀਂ ਇਨਹੇਲ ਕਰਦੇ ਹਾਂ ਵਾਤਾਵਰਣ 'ਚ, ਜੋ ਸਾਡੇ ਅੰਦਰ ਜਾਂਦਾ, ਉਹ ਚੀਜ਼ਾਂ ਐਲਰਜੀ ਪੈਦਾ ਕਰਦੀਆਂ। ਕੀ ਚੀਜ਼ਾਂ ਐਲਰਜੀ ਪੈਦਾ ਕਰ ਸਕਦੀਆਂ ਸਾਡੇ ਅੰਦਰ? ਮੋਸਟ ਕਾਮਨਲੀ ਪੋਲਨਸ, ਜਿਹੜੇ ਫੁੱਲਾਂ ਦੇ ਤੰਦ ਹੁੰਦੇ ਨੇ, ਉਹਨਾਂ ਤੋਂ ਐਲਰਜੀ ਹੁੰਦੀ ਹੈ। ਡੈਂਡਰਸ, ਜਿਵੇਂ ਪਾਲਤੂ ਜਾਨਵਰ ਹੈਗਾ, ਕੁੱਤਾ, ਬਿੱਲੀ ਜਾਂ ਕੋਈ ਹੋਰ ਜਾਨਵਰ ਘਰ, ਉਹਦੇ ਤੋਂ ਹੋ ਸਕਦਾ ਹੈ। ਡਸਟ, ਅਸੀਂ ਹਾਊਸ ਡਸਟ ਜਿਹੜੀ ਹੈ ਇਹਦੇ 'ਚ ਬਹੁਤ ਤਰ੍ਹਾਂ ਦੇ ਕੀਟਾਣੂ ਜਾਂ ਪਾਰਟੀਕਲਸ ਹੁੰਦੇ ਨੇ, ਦੈਟ ਆਲਸੋ ਕੰਟੇਨ ਕਾਕਰੋਚ ਦੇ ਪਾਰਟੀਕਲਸ ਵੀ ਉਹਨਾਂ ਵਿੱਚ ਹੁੰਦੇ ਨੇ। ਸੋ ਇਨਸੈਕਟ ਐਲਰਜੀ ਔਰ ਡਸਟ ਐਲਰਜੀ ਬਹੁਤ ਕਾਮਨ ਹੈ। ਬਟ ਮੈਜੋਰਿਟੀ ਕੇਸਿਸ ਦੇ ਵਿੱਚ ਦ ਕਾਜ਼ ਆਇਡੈਂਟੀਫਾਈ ਨਹੀਂ ਕੀਤਾ ਜਾ ਸਕਦਾ ਹੈਗਾ। ਦ ਕਾਜ਼ ਆਇਡੈਂਟੀਫਾਈ ਕਰਨ ਵਾਸਤੇ ਦੋ ਤਰ੍ਹਾਂ ਦੇ ਕੋਈ ਟੈਸਟ ਆਉਂਦੇ ਨੇ। ਇੱਕ ਹੁੰਦਾ ਸਕਿਨ ਪ੍ਰਿਕ ਟੈਸਟ, ਕਿ ਸਕਿਨ ਦੇ ਉੱਤੇ ਅਸੀਂ ਇੰਜੈਕਸ਼ਨ ਲਗਾ ਕੇ ਚੈੱਕ ਕਰੀਦਾ ਕਿਸ ਚੀਜ਼ ਤੋਂ ਐਲਰਜੀ ਹੈ, ਜਿਹੜੇ ਐਲਰਜੀ ਟੈਸਟ ਅਸੀਂ ਐਲਰਜੀ ਟੈਸਟ ਕਰਦੇ ਹਾਂ। ਦੂਜੇ, ਅੱਜ ਕੱਲ੍ਹ ਕਈ ਲੈਬੋਰੇਟਰੀਜ਼ ਨੇ ਮਾਰਕੀਟ ਦੇ ਵਿੱਚ ਬਲੱਡ ਤੋਂ ਐਲਰਜੀ ਟੈਸਟਿੰਗ ਲਾਂਚ ਕਰ ਦਿੱਤੀ ਹੈਗੀ ਹੈ, ਜਿਹਨੂੰ ਕਿ ਮੈਂ ਇਨਕਰੇਜ ਨਹੀਂ ਕਰਨਾ ਚਾਹਾਂਗਾ, ਕਿਉਂਕਿ ਉਹਦੇ ਵਿੱਚ ਸਾਨੂੰ ਐਕੂਰੇਟ ਐਲਰਜੀ ਦਾ ਡਾਇਗਨੋਸਿਸ ਨਹੀਂ ਪਤਾ ਲੱਗਦਾ। ਤੁਹਾਡੇ ਕੋਲ ਵੀ ਡਾਕਟਰ ਸਾਹਿਬ ਕਈ ਪੇਸ਼ੈਂਟ ਐਸੇ ਆਉਂਦੇ ਹੋਣਗੇ, ਲਿਸਟ ਫੜੀ ਹੁੰਦੀ ਹੈਗੀ ਹੈ 100 ਕੁਝ ਨਹੀਂ ਪਤਾ ਲੱਗਦਾ ਵੀ ਕੀ ਹੋ ਰਿਹਾ, ਕੁਝ ਨਹੀਂ ਪਤਾ ਲੱਗਦਾ, ਅਲੱਗ-ਅਲੱਗ ਡਰੱਗ ਜਾਂ ਅਲੱਗ-ਅਲੱਗ ਚੀਜ਼ਾਂ ਤੋਂ ਐਲਰਜੀ ਦੱਸੀ ਹੁੰਦੀ ਹੈ ਜੋ ਬਚਪਨ ਤੋਂ ਖਾ ਰਹੇ ਹੁੰਦੇ ਨੇ। ਸੋ ਇਹਨਾਂ ਤੋਂ ਅਸੀਂ ਐਲਰਜੀ ਟੈਸਟਿੰਗ ਕਰ ਸਕਦੇ, ਬਟ ਐਲਰਜੀ ਟੈਸਟਿੰਗ ਮੈਂ ਹਰ ਪੇਸ਼ੈਂਟ ਵਾਸਤੇ ਰਿਕਮੈਂਡ ਨਹੀਂ ਕਰਦੇ। ਜਿਨ੍ਹਾਂ ਨੂੰ ਸੀਜ਼ਨਲ ਐਲਰਜੀ ਹੁੰਦੀ ਹੈ, ਪਰਟੀਕੁਲਰਲੀ ਸਾਲ ਦੇ ਵਿੱਚ 1 ਜਾਂ 2 ਮਹੀਨੇ ਐਲਰਜੀ ਦੇ ਸਿੰਪਟਮਸ ਆਉਂਦੇ ਨੇ, ਦੇ ਆਰ ਮੋਰ ਲਾਈਕਲੀ ਟੂ ਸਫਰ ਫਰੋਮ ਪੋਲਨ ਐਲਰਜੀ, ਉਹਨਾਂ ਦੇ ਵਿੱਚ ਐਲਰਜੀ ਟੈਸਟ ਯੂਜ਼ਫੁਲ ਹੈਗੀ ਹੈ। ਬਾਕੀ ਸਾਰਿਆਂ ਦੇ ਵਿੱਚ ਕਾਜ਼ ਨਹੀਂ ਆਇਡੈਂਟੀਫਾਈ ਕੀਤਾ ਜਾ ਸਕਦਾ, ਬਟ ਟ੍ਰਿਗਰਸ ਹੁੰਦੇ ਨੇ। ਜਿਵੇਂ ਅਸੀਂ ਮਾਰਕੀਟ ਗਏ ਜਾਂ ਸੜਕ ਤੇ ਗਏ, ਧੂੰਆਂ ਆ ਗਿਆ, ਧੂੰਆਂ ਇਜ਼ ਅ ਟ੍ਰਿਗਰ।
ਕਿਤੇ ਰੂਮ 'ਚ ਝਾੜੂ ਲੱਗ ਰਿਹਾ ਜਾਂ ਕਿਚਨ 'ਚ ਖਾਣਾ ਬਣ ਰਿਹਾ, ਉਹਦੇ ਨਾਲ ਖਾਂਸੀ ਆਉਣੀ ਸ਼ੁਰੂ ਹੋ ਜਾਂਦੀ ਹੈ। ਦੈਟ ਇਜ਼ ਅ ਟ੍ਰਿਗਰ। ਠੰਡੀ ਹਵਾ ਦੇ ਵਿੱਚ ਸਵੇਰੇ ਸੈਰ ਕਰਨਗੇ, ਉਦੋਂ ਖਾਂਸੀ ਛਿੜ ਗਈ, ਦੈਟ ਇਜ਼ ਅ ਟ੍ਰਿਗਰ। ਦੇ ਆਰ ਨਾਟ ਦ ਅਲਰਜਨਸ। ਸੋ ਮੋਸਟ ਆਫ ਦ ਟਾਈਮ ਅਸੀਂ ਅਲਰਜਨਸ ਆਇਡੈਂਟੀਫਾਈ ਨਹੀਂ ਕਰ ਸਕਦੇ, ਤੇ ਨਾ ਹੀ ਉਹਦਾ ਟ੍ਰੀਟਮੈਂਟ ਦੇ ਵਿੱਚ ਅਲਰਜਨ ਆਇਡੈਂਟੀਫਾਈ ਦਾ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਰੋਲ ਹੈਗਾ। ਸੋ ਸਿਲੈਕਟਿਵ ਪੇਸ਼ੈਂਟ ਜੋ ਅਸੀਂ ਸਿਰਫ ਅਲਰਜੀ ਟੈਸਟਿੰਗ ਕਰੀਦਾ। ਤੇ ਕੀ ਸਿੰਪਟਮਸ ਹੁੰਦੇ ਆ ਪੇਸ਼ੈਂਟ ਨੂੰ, ਬ੍ਰੌਂਕੀਅਲ ਅਸਥਮਾ ਦੇ ਪੇਸ਼ੈਂਟ ਨੂੰ? ਇਹਦੇ ਸਿੰਪਟਮਸ ਬੱਚਿਆਂ ਤੇ ਵੱਡਿਆਂ ਵਿੱਚ ਡਿਫਰ ਕਰਦੇ ਹੈਗੇ ਨੇ। ਵੱਡਿਆਂ ਵਿੱਚ ਆਮ ਤੌਰ ਤੇ ਇਹਦੇ ਸਿੰਪਟਮਸ ਹੁੰਦੇ ਨੇ ਖਾਂਸੀ, ਸਾਹ ਚੜ੍ਹਨਾ, ਛਾਤੀ ਵਿੱਚ ਸੀਟੀਆਂ ਦੀ ਆਵਾਜ਼ ਆਉਣਾ, ਜਿਹਨੂੰ ਅਸੀਂ ਵੀਜ਼ਿੰਗ ਕਹੀਦਾ ਹੈਗਾ। ਇਹ ਮੋਸਟ ਕਾਮਨ ਸਿੰਪਟਮਸ ਹੈਗੇ ਨੇ ਅਡਲਟਸ ਦੇ ਵਿੱਚ। ਬੱਚਿਆਂ ਦੇ ਵਿੱਚ ਜੋ ਸਿੰਪਟਮਸ ਆਉਂਦੇ ਨੇ, ਮੋਸਟ ਕਾਮਨ ਸਿੰਪਟਮ ਹੈ ਖਾਂਸੀ, ਕਿ ਮਦਰ ਹੈ ਕਹੇਗੀ ਇਹਦੀ ਖਾਂਸੀ ਨਹੀਂ ਠੀਕ ਹੁੰਦੀ, ਤੇ ਜਿੰਨੀ ਵਾਰੀ ਖਾਂਸੀ ਕਰਦਾ, ਖਾਂਸੀ ਤੋਂ ਬਾਅਦ ਉਲਟੀ ਕਰ ਦਿੰਦਾ ਹੈਗਾ। ਬੱਚਿਆਂ ਦੇ ਵਿੱਚ ਸਾਹ ਦੀ ਪ੍ਰੋਬਲਮ ਘੱਟ ਸਾਨੂੰ ਮਹਿਸੂਸ ਹੁੰਦੀ ਹੈ, ਜਾਂ ਵੀਜ਼ਿੰਗ, ਬੱਚਾ ਸੋਇਆ ਹੁੰਦਾ ਉਹਦੀਆਂ ਉਸ ਟਾਈਮ ਪਸਲੀਆਂ ਚੱਲਦੀਆਂ ਤੇ ਛਾਤੀ ਤੋਂ ਸੀਟੀ ਵਰਗੀ ਆਵਾਜ਼ ਆਉਂਦੀ ਹੈ। ਜਾਂ ਬੱਚਾ ਬਹੁਤ ਜਲਦੀ ਬਿਮਾਰ ਹੁੰਦਾ ਹੈਗਾ, ਛੇਤੀ ਇਹਨੂੰ ਜ਼ੁਕਾਮ ਹੋ ਜਾਂਦਾ ਹੈ, ਬਾਰ-ਬਾਰ ਸਾਨੂੰ ਡਾਕਟਰ ਕੋਲ ਲੈ ਕੇ ਜਾਣਾ ਪੈਂਦਾ, ਐਂਟੀਬਾਇਓਟਿਕ ਦੇਣੀ ਪੈਂਦੀ ਹੈ, ਮਹੀਨੇ ਵਿੱਚ 4-4 ਵਾਰੀ ਬਿਮਾਰ ਪੈਂਦਾ। ਤੇ ਇਹ ਸਾਰੇ ਸਿੰਪਟਮਸ ਹੈਗੇ ਨੇ ਅਸਥਮਾ ਦੇ। ਕਈ ਵਾਰੀ ਸਾਡੇ ਕੋਲ ਓਲਡ ਏਜ ਵੀ ਆਉਂਦੇ ਨੇ ਪੇਸ਼ੈਂਟ, ਜਿਨ੍ਹਾਂ ਨੂੰ ਕਦੀ ਕੋਈ ਸਿੰਪਟਮ ਨਹੀਂ ਰਿਹਾ ਹੁੰਦਾ। ਸਾਡੇ ਕੋਲ 70 ਸਾਲ ਜਾਂ 75 ਸਾਲ ਤੋਂ ਉੱਪਰ ਲੇਡੀਜ਼ ਆਉਂਦੀਆਂ ਹੈਗੀਆਂ। ਉਹਨਾਂ ਨੇ ਕਿਉਂਕਿ ਬਿਕੋਜ਼ ਆਫ ਅਦਰ ਇਲਨੈਸਿਸ, ਲਾਈਕ ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਹੈ ਜਾਂ ਹਾਰਟ ਦੀ ਪ੍ਰੋਬਲਮ ਹੈ, ਉਹਦਾ ਤੁਰਨਾ ਫਿਰਨਾ ਘਟਿਆ ਹੁੰਦਾ ਹੈਗਾ। ਸੋ ਉਹਨਾਂ ਨੂੰ ਆਪਣੇ ਆਪ ਵਿੱਚ ਪਤਾ ਨਹੀਂ ਲੱਗਦਾ ਕਿ ਸਾਨੂੰ ਸਾਹ ਚੜ੍ਹਦਾ। ਉਹ ਸਾਡੇ ਕੋਲ ਬੜੇ ਐਕਿਊਟ ਬ੍ਰੈਥਲੈਸਨੈਸ ਨਾਲ ਪ੍ਰੈਜ਼ੈਂਟ ਕਰਦੇ ਨੇ। ਉਹਨਾਂ ਵਿੱਚ ਮੇਨ ਸਿੰਪਟਮ ਵੀ ਜਿਹੜਾ ਕਫ ਜਾਂ ਸਪੂਟਮ ਪ੍ਰੋਡਕਸ਼ਨ, ਬਾਰ-ਬਾਰ ਬਲਗਮ ਆਉਣਾ, ਉਹ ਸਿੰਪਟਮ ਰਹਿੰਦਾ ਉਹਨਾਂ ਵਿੱਚ। ਪਰ ਇਹ ਜਿਹੜੇ ਤੁਸੀਂ ਸਿੰਪਟਮ ਦੱਸ ਰਹੇ ਹੋ, ਇਹ ਬੜੀ ਕਾਮਨ ਅਸੀਂ ਆਪਣੀ ਸਪੈਸ਼ਲਿਟੀ 'ਚ ਵੀ ਦੇਖਦੇ ਹਾਂ, ਹਾਰਟ ਫੇਲੀਅਰ 'ਚ ਵੀ ਦੇਖਦੇ ਹਾਂ। ਸੋ ਕਿਸ ਤਰ੍ਹਾਂ ਡਿਫਰੈਂਸ਼ੀਏਟ ਕਰੀਏ ਕਿ ਹਾਰਟ ਫੇਲੀਅਰ ਹੈ ਕਿ ਬ੍ਰੌਂਕੀਅਲ ਅਸਥਮਾ ਹੈ? ਆਪਣੇ ਲੈਵਲ ਤੇ ਡਿਫਰੈਂਸ਼ੀਏਟ ਕਰਨਾ ਕਿ ਅਸਥਮਾ ਹੈ ਜਾਂ ਹਾਰਟ ਫੇਲੀਅਰ ਹੈ, ਇਹ ਬਹੁਤ ਡਿਫਿਕਲਟ ਹੈ। ਓਨਲੀ ਅ ਡਾਕਟਰ ਕੈਨ ਡਿਫਰੈਂਸ਼ੀਏਟ ਕਿ ਕੀ ਕਾਰਨ ਕੀ ਹੈ ਸਾਹ ਦਾ। ਕੋਈ ਸਿੰਪਟਮਸ ਸੇਮ ਆਉਂਦੇ ਹੈਗੇ ਨੇ, ਬਟ ਕਲੀਨਿਕਲੀ ਜਦੋਂ ਅਸੀਂ ਐਗਜ਼ਾਮਿਨ ਕਰੀਦਾ ਹੈ ਪੇਸ਼ੈਂਟ ਨੂੰ, ਯੰਗ ਏਜ ਗਰੁੱਪ 30 ਇਅਰਸ ਤੋਂ ਘੱਟ ਹੈ ਏਜ, ਉਹਦੇ ਵਿੱਚ ਹਾਰਟ ਦੇ ਚਾਂਸਸ ਘੱਟ ਹੈ, ਜ਼ਿਆਦਾ ਚਾਂਸਸ ਹੈਗੇ ਨੇ ਕਿ ਅਲਰਜਿਕ ਹੈਗਾ। ਸੈਕੰਡਲੀ, ਤੁਰਨ ਤੇ ਸਾਹ ਚੜਨਾ, ਐਗਜ਼ਰਸ਼ਨਲ ਡਿਸਨੀਆ ਜਿਹਨੂੰ ਅਸੀਂ ਕਹੀਦਾ, ਉਹ ਹਾਰਟ ਦੇ ਪੇਸ਼ੈਂਟ ਦੀ ਜ਼ਿਆਦਾ ਹੁੰਦਾ ਹੈ। ਜਿਹੜੇ ਅਸਥਮਾ ਵਾਲੇ ਪੇਸ਼ੈਂਟਸ ਹੈ, ਕਦੀ ਠੀਕ ਹੈਗੇ ਨੇ, ਕਦੀ ਕਹਿਣਗੇ ਜੀ ਅਸੀਂ ਬਿਲਕੁਲ ਠੀਕ ਰਹਿੰਦੇ ਹਾਂ, ਕਦੀ ਇੱਕਦਮ ਉਹਨਾਂ ਨੂੰ ਅਟੈਕ ਆ ਜਾਏਗਾ ਅਸਥਮਾ ਦਾ। ਹਾਰਟ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਅਸਥਮਾ ਦੇ ਪੇਸ਼ੈਂਟ ਸੀਜ਼ਨਲ ਵੇਰੀਏਸ਼ਨ ਵੀ ਹੁੰਦੀ ਹੈ, ਪੈਰਾਂ ਦੇ ਵਿੱਚ ਸੋਜ ਪੈਣੀ, ਇਹ ਵੀ ਅਸਥਮਾ ਦੇ ਵਿੱਚ ਚਾਂਸਸ ਨਹੀਂ ਬਣਦੀ ਹੈਗੀ। ਲੌਂਗ ਸਟੈਂਡਿੰਗ ਵੀ ਹੋ ਸਕਦਾ, ਬਟ ਨਹੀਂ ਹੁੰਦਾ ਨਾਰਮਲੀ, ਕਾਰਡਿਕ ਵਿੱਚ ਹੋ ਜਾਏਗਾ। ਹੋਰ ਇੱਕ ਬੜੀ ਕਾਮਨ ਲੋਕਾਂ ਨੂੰ ਸ਼ੱਕ ਰਹਿੰਦਾ ਕਿ ਸਾਨੂੰ ਲੰਬੇ ਟਾਈਮ ਤੋਂ ਖਾਂਸੀ ਆਉਂਦੀ ਪਈ ਹੈ, ਸਾਨੂੰ ਇਹ ਟੀਬੀ ਤੇ ਨਹੀਂ ਹੈਗੀ। ਮੈਜੋਰਿਟੀ ਪੇਸ਼ੈਂਟ ਜਿਹੜੇ ਸਾਡੇ ਕੋਲ ਆਉਂਦੇ ਨੇ, ਪਹਿਲਾਂ ਟੀਬੀ ਹਸਪਤਾਲ ਤੋਂ ਟੀਬੀ ਦਾ ਟੈਸਟ ਕਰਾ ਕੇ ਸਾਡੇ ਕੋਲ ਪਹੁੰਚਦੇ ਨੇ ਕਿ ਲੰਬੇ ਟਾਈਮ ਤੋਂ ਖਾਂਸੀ ਰਹਿੰਦੀ ਹੈ, ਕਿ ਟੀਬੀ ਤੇ ਨਹੀਂ ਹੈਗੀ। ਟੀਬੀ ਦੇ ਵਿੱਚ ਖਾਂਸੀ ਦੇ ਨਾਲ ਬੁਖਾਰ ਆਉਣਾ ਇੱਕ ਬਹੁਤ ਅਹਿਮ ਲੱਛਣ ਹੈ। ਬਿਲਕੁਲ ਠੀਕ। ਅਸਥਮਾ ਦੇ ਵਿੱਚ ਬੁਖਾਰ ਨਹੀਂ ਆਉਂਦਾ। ਤੇ ਜੇ ਟੀਬੀ ਦੀ ਜਿਹੜੀ ਖਾਂਸੀ ਵੀ ਹੈ, ਉਹ 3 ਹਫ਼ਤੇ ਜਾਂ 6 ਹਫ਼ਤੇ ਦੇ ਵਿੱਚ ਪੇਸ਼ੈਂਟ ਨੂੰ ਕਾਫੀ ਵੀਕ ਕਰ ਦਿੰਦੀ ਹੈ, ਪੇਸ਼ੈਂਟ ਨੂੰ ਬੁਖਾਰ ਦੇ ਨਾਲ ਡਾਊਨ ਚਲਾ ਜਾਂਦਾ। ਅਸਥਮਾ ਦੀ ਜਿਹੜੀ ਖਾਂਸੀ ਹੈ, ਸਾਲੋਂ ਸਾਲ ਜਿਹੜੀ ਉਹ ਚੱਲਦੀ ਹੈਗੀ ਹੈ। ਵੈਸੇ ਵੀ ਇੱਕ ਲੇਟਰ ਏਜ ਦੇ ਵਿੱਚ ਇੱਕੋ ਜਿਹੋ ਜਿਹੇ ਸਿੰਪਟਮਸ ਹੋਣ ਤੇ ਇੱਕੋ ਆਈ ਥਿੰਕ ਐਨ ਇੱਕੋ ਕਾਰਡੀਓਗ੍ਰਾਫੀ ਜੋ ਡਾਇਗਨੋਸਟਿਕ ਅਸੀਂ ਕਰੀਦਾ, ਪੇਸ਼ੈਂਟਸ ਬੜੀ ਵਾਰੀ ਆਉਂਦੇ ਨੇ, ਉਹ ਕਹਿੰਦੇ ਨੇ ਡਾਕਟਰ ਸਾਹਿਬ ਅਸੀਂ ਦੁਨੀਆ ਭਰ ਦੇ ਟੈਸਟ ਕਰਾਏ ਨੇ, ਸਾਨੂੰ ਆਪਣੇ ਸਾਹ ਦਾ ਕਾਰਨ ਨਹੀਂ ਪਤਾ ਲੱਗਦਾ। ਅਸੀਂ ਬੜੀ ਵਾਰੀ ਐਕਸਰੇ ਲਵਾਏ ਨੇ, ਬਲੱਡ ਟੈਸਟ ਕਰਾਏ ਨੇ, ਬਟ ਅਸਥਮਾ ਜਾਂ ਹਾਰਟ ਦੀ ਜਿਹੜੀ ਪ੍ਰੋਬਲਮ ਹੈ ਕਿ ਬੜੀ ਵਾਰੀ ਸਾਨੂੰ ਇਨਵੈਸਟੀਗੇਸ਼ਨ ਐਕਸਰੇ ਜਾਂ ਬਲੱਡ ਟੈਸਟ ਵਿੱਚ ਨਹੀਂ ਰੂਟੀਨ 'ਚ ਪਤਾ ਲੱਗਦੀ ਹੈਗੀ। ਸੋ ਇਹਨਾਂ ਵਾਸਤੇ ਜੇ ਸਪੈਸੀਫਿਕ ਟੈਸਟ ਕਰੀਏ, ਜੇ ਸਾਨੂੰ ਅਸਥਮਾ ਦਾ ਡਾਊਟ ਹੈ, ਉਹਦੇ ਵਾਸਤੇ ਅਸੀਂ PFT ਕਰੀਦਾ, ਲੰਗ ਫੰਕਸ਼ਨ ਟੈਸਟਿੰਗ। ਉਹਦੇ ਵਿੱਚ ਕਿੰਨੀ obstruction ਹੈ ਉਹ ਸਾਨੂੰ ਪਤਾ ਲੱਗ ਜਾਂਦੀ ਹੈ। ਲੰਗਸ FE1 ਕਿੰਨੇ % ਹੈਗਾ, ਕਿੰਨੇ % ਏਅਰਵੇਜ਼ ਖੁੱਲੇ ਨੇ, ਕਿੰਨੇ ਬੰਦ ਹੈ, ਐਗਜ਼ੈਕਟ ਪਤਾ ਲੱਗ ਜਾਂਦਾ। ਅਸੀਂ ਪੇਸ਼ੈਂਟ ਨੂੰ ਦੱਸ ਸਕਦੇ ਹਾਂ, ਫੋਲੋਅਪ ਤੇ ਵੀ ਦੇਖ ਸਕਦੇ ਹਾਂ ਕਿ ਕਿੰਨੇ % ਇੰਪਰੂਵਮੈਂਟ ਆ ਰਹੀ ਹੈ। ਸਿਮਿਲਰਲੀ ਜੇਕਰ ਸਾਨੂੰ ਹਾਰਟ ਦੀ ਪ੍ਰੋਬਲਮ ਲੱਗ ਰਹੀ ਹੈ, ਤੇ ਇੱਕੋ ਨਾਲ ਸਾਨੂੰ ਹਾਰਟ ਦੀ ਪਰਸੈਂਟੇਜ ਫੰਕਸ਼ਨਿੰਗ ਪਤਾ ਲੱਗ ਜਾਂਦੀ ਹੈ। ਸੋ ਅਕੋਰਡਿੰਗਲੀ ਦਾ ਟ੍ਰੀਟਮੈਂਟ ਅਸੀਂ ਇਹਨੂੰ ਗਾਈਡ ਕਰ ਸਕਦੇ ਹਾਂ। ਇੱਕ ਟ੍ਰੀਟਮੈਂਟ ਆਪਸ਼ਨਸ ਕੀ ਨੇ ਇਹਦੀਆਂ ਬ੍ਰੌਂਕੀਅਲ ਅਸਥਮਾ ਦੀਆਂ? ਟ੍ਰੀਟਮੈਂਟ ਆਪਸ਼ਨ ਇਹਦੇ ਵਿੱਚ ਮੈਡੀਸਿਨ 2 ਤਰ੍ਹਾਂ ਦੀਆਂ ਆਉਂਦੀਆਂ। ਵਨ ਇਜ਼ ਇਨਹੇਲਡ ਦੇ ਵਿੱਚ ਬ੍ਰੌਂਕੋਡਾਇਲੇਟਰ ਤੇ ਐਂਟੀ ਇਨਫਲੇਮੇਟਰੀ, ਨੂੰ ਅਸੀਂ 2 ਵਿੱਚ ਡਿਵਾਈਡ ਕਰੀਦਾ, ਬ੍ਰੌਂਕੋਡਾਇਲੇਟਰ ਮੈਡੀਸਿਨ ਐਂਡ ਐਂਟੀ ਇਨਫਲੇਮੇਟਰੀ ਮੈਡੀਸਿਨ। ਮੈਜੋਰਿਟੀ ਪੇਸ਼ੈਂਟ ਸਾਨੂੰ ਬ੍ਰੌਂਕੋਡਾਇਲੇਟਰ ਤੇ ਐਂਟੀ ਇਨਫਲੇਮੇਟਰੀ ਕਲੱਬ ਕਰਕੇ ਦੇਣੇ ਪੈਂਦੇ ਹੈਗੇ ਨੇ। ਦੁਨੀਆ ਦੇ ਵਿੱਚ ਕਿਸੇ ਵੀ ਅਸੀਂ ਮੈਡੀਸਿਨ ਲਾਈਨ ਆਫ ਮੈਡੀਸਿਨ ਕੰਸੀਡਰ ਕਰ ਲਈਏ, ਹੋਮੋਪੈਥੀ, ਆਯੁਰਵੇਦਾ ਜਾਂ ਅਸੀਂ ਐਲੋਪੈਥੀ, ਐਂਟੀ ਇਨਫਲੇਮੇਟਰੀ ਮੈਡੀਸਿਨ ਸਭ ਤੋਂ ਇਫੈਕਟਿਵ ਇਜ਼ ਓਨਲੀ ਸਟੀਰੋਇਡਸ। ਓਕੇ। ਸਟੀਰੋਇਡਸ ਤੋਂ ਇਲਾਵਾ ਕੋਈ ਹੋਰ ਐਂਟੀ ਇਨਫਲੇਮੇਟਰੀ ਮੈਡੀਸਿਨ ਨਹੀਂ ਬਣੀ ਅੱਜ ਦੀ ਡੇਟ ਵਿੱਚ ਜੋ ਇਫੈਕਟਿਵ ਹੋਵੇ। ਅਸੀਂ ਐਲਰਜੀ ਨੂੰ ਖਤਮ ਕਰਨਾ, ਸਾਹ ਦੇ ਰਸਤੇ ਵਿੱਚ ਐਡੀਮਾ ਬਣ ਜਾਂਦਾ ਹੈਗਾ, ਇਨਫਲੇਮੇਸ਼ਨ ਨੂੰ ਖਤਮ ਕਰਨਾ ਹੈਗਾ, ਉਹਦੇ ਵਾਸਤੇ ਸਟੀਰੋਇਡਸ ਇਜ਼ ਅ ਮੇਨ ਸਟੇਟ ਟ੍ਰੀਟਮੈਂਟ ਫॉर ਪੇਸ਼ੈਂਟਸ ਹੂ ਆਰ ਹੈਵਿੰਗ ਅਸਥਮਾ। ਤੇ
ਜਿੰਨੇ ਥੋੜੇ ਐਜੂਕੇਟਿਡ ਜਿਹੜੇ ਪੇਸ਼ੈਂਟਸ ਆਉਂਦੇ ਨੇ ਉਹਨਾਂ ਨੂੰ ਸਟੀਰੋਇਡਸ ਦੀ ਥੋੜੀ ਬਹੁਤ ਨੌਲੇਜ ਹੁੰਦੀ ਹੈ ਤੇ ਉਹ ਪਹਿਲੇ ਆਉਂਦੇ ਆ ਕਹਿੰਗੇ ਡਾਕਟਰ ਸਾਹਿਬ ਪਲੀਜ਼ ਤੁਸੀਂ ਸਾਨੂੰ ਸਟੀਰੋਇਡ ਪ੍ਰਿਸਕ੍ਰਾਈਬ ਨਾ ਕਰਨਾ ਬਿਕੋਜ਼ ਉਹਨਾਂ ਦੇ ਦਿਮਾਗ ਵਿੱਚ ਸਟੀਰੋਇਡ ਤੇ ਇੱਕ ਫੀਅਰ ਜਾਂ ਫੋਬੀਆ ਬੈਠਾ ਹੁੰਦਾ ਹੈਗਾ। ਸੋ ਇਨੀਸ਼ੀਅਲੀ ਜਦੋਂ ਪੇਸ਼ੈਂਟ ਦੇ ਸਿੰਪਟਮਸ ਜ਼ਿਆਦਾ ਹੈ ਉਦੋਂ ਸਾਨੂੰ ਓਰਲ ਫਾਰਮੂਲੇਸ਼ਨ ਦੇ ਵਿੱਚ ਸਟੀਰੋਇਡ ਦੇਣੇ ਪੈਂਦੇ ਨੇ ਉਹਦੇ ਸਿੰਪਟਮਸ ਠੀਕ ਕਰਨ ਵਾਸਤੇ। ਉਹਦਾ ਕੋਈ ਹਾਰਮ ਨਹੀਂ ਹੈ। ਸ਼ਾਰਟ ਟਰਮ ਸਟੀਰੋਇਡ ਦਾ ਕੋਈ ਹਾਰਮ ਨਹੀਂ ਹੈ ਜੇਕਰ ਉਹ ਮੈਡੀਕਲ ਸੁਪਰਵਿਜ਼ਨ ਦੇ ਅੰਡਰ ਦਿੱਤੇ ਜਾ ਰਹੇ ਨੇ ਕੋਈ ਹਾਰਮ ਨਹੀਂ ਹੈ, ਬਟ ਸੈਲਫ ਮੈਡੀਕੇਸ਼ਨ ਬਿਲਕੁਲ ਨਹੀਂ ਕਰਨੀ ਚਾਹੀਦੀ ਕਿ ਡਾਕਟਰ ਸਾਹਿਬ ਨੇ ਪਿਛਲੇ 7 ਦਿਨ ਦੀ ਦਵਾਈ ਦਿੱਤੀ ਸੀ ਮੈਂ ਠੀਕ ਹੋ ਗਿਆ, ਮੈਂ ਉਸ ਤੋਂ ਬਾਅਦ ਲੋਕੀ ਉਹੀ ਦਵਾਈ ਖਾਂਦੇ ਜਾਣ। ਹਾਂ ਨਹੀਂ ਉਹ ਕਹਿੰਦਾ ਠੀਕ ਹੋ ਗਿਆ ਉਹ ਖਾਈ ਜਾਂਦੇ ਨੇ, ਉਹ ਹੀ ਖਾਈ ਜਾਂਦੇ ਨੇ। ਉਹਦੇ ਨਾਲ ਬਹੁਤ ਸਾਈਡ ਇਫੈਕਟਸ ਹੁੰਦੇ ਨੇ, ਜਿਵੇਂ ਕਮਜ਼ੋਰੀ ਆ ਸਕਦੀ ਹੈ, ਹੱਡੀਆਂ ਗਲ ਜਾਂਦੀਆਂ, ਇਮਿਊਨਿਟੀ ਘਟ ਜਾਂਦੀ ਹੈ, ਬਹੁਤ ਤਰ੍ਹਾਂ ਦੇ ਸਾਈਡ ਇਫੈਕਟਸ ਆ ਸਕਦੇ ਨੇ। ਅਸੀਂ ਐਸੇ ਕਰਕੇ ਕਿਸੇ ਵੀ ਪੇਸ਼ੈਂਟ ਨੂੰ ਕੱਲਾ ਸਟੀਰੋਇਡ ਕਦੀ ਪ੍ਰਿਸਕ੍ਰਾਈਬ ਨਹੀਂ ਕਰੀਦਾ, ਅਸੀਂ ਨਾਲ ਉਦੋਂ ਇਨਹੇਲਰਸ ਦੇਈਦਾ। ਇਨਹੇਲਰਸ ਵਿੱਚ ਦੋਨੋਂ ਮੈਡੀਸਿਨ ਦਾ ਕੰਬੀਨੇਸ਼ਨ ਆਉਂਦਾ, ਬ੍ਰੋਂਕੋਡਾਇਲੇਟਰ ਤੇ ਐਂਟੀ ਇਨਫਲੇਮੇਟਰੀ। ਇਨਹੇਲਰ ਦੀ ਮੈਡੀਸਿਨ ਡਾਇਰੈਕਟ ਲੰਗਸ ਵਿੱਚ ਪਹੁੰਚਦੀ ਹੈ, ਇਮੀਡੀਏਟ ਇਫੈਕਟ ਕਰਦੀ ਹੈ, ਉਹਦੀ ਬਾਡੀ ਵਿੱਚ ਕਿਧਰੇ ਵੀ ਐਬਜ਼ੌਰਪਸ਼ਨ ਨਹੀਂ ਹੁੰਦੀ, ਡੋਜ਼ ਜਿਹੜੀ ਹੈਗੀ ਮਾਈਕਰੋਗ੍ਰਾਮ ਵਿੱਚ ਹੁੰਦੀ ਹੈ। ਸੋ ਜੇਕਰ ਕਿਸੇ ਨੂੰ ਲਾਈਫ ਲੌਂਗ ਵਰਤਣਾ ਪਵੇ ਤਾਂ ਵੀ ਇਨਹੇਲਰ ਸੇਫ ਹੈਗੇ ਨੇ, ਜੇਕਰ 1 ਸਾਲ ਤੋਂ ਛੋਟੇ ਬੱਚੇ ਵਿੱਚ ਵੀ ਵਰਤਣਾ ਪਵੇ ਤਾਂ ਵੀ ਇਨਹੇਲਰ ਸੇਫ ਹੈ। ਈਵਨ ਪ੍ਰੈਗਨੈਂਸੀ ਦੇ ਵਿੱਚ ਜਿਹੜੇ ਪੇਸ਼ੈਂਟਸ ਆਉਂਦੇ ਨੇ ਉਹਨਾਂ ਵਿੱਚ ਵੀ ਇਨਹੇਲਰ, ਜੇਕਰ ਐਸਥਮੈਟਿਕ ਹੈ ਉਹਨਾਂ ਨੂੰ ਦਵਾਈ ਆਪਣੀ ਇਨਹੇਲਰ ਕੰਟੀਨਿਊ ਕਰਨੇ ਚਾਹੀਦੇ ਨੇ ਤਾਂ ਕਿ ਡਿਲੀਵਰੀ ਵੇਲੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਨਹੇਲਰ ਨੂੰ ਲੈ ਕੇ ਵੀ ਤਾਂ ਬੜੇ ਮਿਥਸ ਨੇ ਲੋਕਾਂ ਦੇ। ਲੋਕੀ ਸਮਝਦੇ ਨੇ ਕਿ ਸਾਨੂੰ ਇਨਹੇਲਰ ਸ਼ੁਰੂ ਕਰਤੇ ਹੁਣ ਸਾਡੀ ਇਹ ਲਾਸਟ ਸਟੇਜ ਆ ਗਈ ਹੈ ਤੇ ਜੋ ਕਿ that is not true, that is not true। in fact inhaler is a first line of treatment। ਇਨਹੇਲਰ ਦੇ ਵਿੱਚ ਤੇ ਟੈਬਲੇਟ ਦੇ ਵਿੱਚ ਦਵਾਈ ਉਹੀ ਹੈ ਡਾਕਟਰ ਸਾਹਿਬ, ਕੋਈ ਚੀਜ਼ ਫਰਕ ਨਹੀਂ ਹੈ। ਫਰਕ ਹੈ ਕਿ ਟੈਬਲੇਟ ਵਿੱਚ ਅਸੀਂ ਦਵਾਈ ਪਾਈਦਾ, ਉਹ ਪਹਿਲਾਂ ਬਾਡੀ ਵਿੱਚ ਜਾਏਗੀ, ਪੇਟ 'ਚ ਅਬਜ਼ੌਰਬ ਹੋ ਕੇ ਬਲੱਡ ਜਾਂਦੀ ਹੈ, ਉਹਦਾ ਇੱਕ ਬਹੁਤ ਛੋਟਾ ਜਿਹਾ ਫ੍ਰੈਕਸ਼ਨ ਹਿੱਸਾ ਲੰਗਸ ਪਹੁੰਚੇ ਜਿਸ ਚਾਹੀਦਾ। ਸੋ ਜਿਵੇਂ ਉਹ ਟਰੈਵਲ ਸਾਨੂੰ ਜਿਵੇਂ ਅਸਥਮਾ ਵਿੱਚ ਵੀ ਨੀਡ ਲੌਂਗ ਟਰਮ ਟ੍ਰੀਟਮੈਂਟ, ਜੇ ਕਿ ਇਨਫਲੇਮੇਸ਼ਨ ਖਤਮ ਕਰਨੀ ਹੈ ਤੁਹਾਨੂੰ ਲੰਬੇ ਸਮੇਂ ਇਲਾਜ ਦੀ ਲੋੜ ਪੈਂਦੀ ਹੈ। ਜੇ ਉਹ ਗੋਲੀਆਂ ਲੰਬੇ ਸਮੇਂ ਦੇਵਾਂਗੇ ਤੇ ਇਨ ਦ ਲੌਂਗ ਟਰਮ ਉਹ ਸਾਈਡ ਇਫੈਕਟ ਕਰਨਗੇ, ਬੱਚੇ ਦੀ ਗਰੋਥ ਤੇ ਇਫੈਕਟ ਕਰ ਸਕਦੀਆਂ ਜਾਂ ਪ੍ਰੈਗਨੈਂਸੀ ਦੇ ਵਿੱਚ ਫੀਟਸ ਤੇ ਇਫੈਕਟ ਕਰ ਸਕਦੀਆਂ ਹੈਗੀਆਂ। ਤੇ ਉਹੀ ਜੇਕਰ ਅਸੀਂ ਫਾਰਮੂਲੇਸ਼ਨ ਇਨਹੇਲਰ 'ਚ ਦਿੰਦੇ ਹੈਗੇ, ਘੱਟ ਡੋਜ਼ ਵੀ ਜਾਂਦੇ, ਬਾਡੀ 'ਚ ਐਬਜ਼ੌਰਬ ਨਹੀਂ ਹੁੰਦਾ ਤੇ ਕੋਈ ਵੀ ਉਹਦਾ ਸਾਈਡ ਇਫੈਕਟ ਨਹੀਂ ਹੁੰਦਾ। ਜਿਨ੍ਹਾਂ ਦੀ ਸਗੋਂ ਡਿਜ਼ੀਜ਼ ਐਡਵਾਂਸ ਕਰ ਜਾਂਦੀ ਹੈ ਅਸੀਂ ਉਹਨਾਂ ਵਿੱਚ ਹੋਰ ਟੈਬਲੇਟਸ ਐਡ ਆਨ ਕਰਨੀਆਂ ਪੈਂਦੀਆਂ, ਬਟ ਇਨਹੇਲਰ ਇਜ਼ ਦ ਫਸਟ ਲਾਈਨ ਐਂਡ ਦ ਸੇਫੈਸਟ ਟ੍ਰੀਟਮੈਂਟ ਫॉर ਅਸਥਮਾ। ਡਾਕਟਰ ਵਨੀਤ ਇੱਕ ਲਾਸਟ ਸਵਾਲ, ਇੱਕ ਅਕਿਊਟ ਬ੍ਰੌਂਕੀਅਲ ਅਸਥਮਾ ਦੇ ਪੇਸ਼ੈਂਟਸ ਦੀ ਇਮੀਡੀਏਟਲੀ ਕੇਅਰ ਕੀ ਹੋਣੀ ਚਾਹੀਦੀ ਹੈ ਐਟ ਡੋਮਿਸਿਲਰੀ, ਇਹ ਘਰ ਦੇ ਵਿੱਚ ਪੇਸ਼ੈਂਟ ਹੋਵੇ ਤੇ ਇਮੀਡੀਏਟਲੀ ਕੀ ਕਰ ਸਕਦੇ ਅਟੈਂਡੈਂਟਸ? ਡਾਕਟਰ ਸਾਹਿਬ ਅਕਿਊਟ ਅਟੈਕ, ਪਹਿਲੀ ਗੱਲ ਇੱਕ ਆਮ ਆਦਮੀ ਨੂੰ ਕਦੀ ਵੀ ਅਕਿਊਟ ਅਸਥਮਾ ਦਾ ਅਟੈਕ ਨਹੀਂ ਆਏਗਾ। ਅਕਿਊਟ ਅਟੈਕ ਹਮੇਸ਼ਾ ਉਹਨਾਂ ਵਿੱਚ ਆਉਂਦਾ ਜਿਨ੍ਹਾਂ ਵਿੱਚ ਪਹਿਲਾਂ ਤੋਂ ਅਸਥਮਾ ਦੇ ਸਿੰਪਟਮ ਚੱਲ ਰਹੇ ਨੇ ਜਾਂ ਕੰਟਰੋਲਡ ਨਹੀਂ ਰੱਖਿਆ ਹੋਇਆ ਹੈਗਾ ਤੇ ਉਹਨਾਂ ਵਿੱਚ ਅਕਿਊਟ ਅਟੈਕ ਆਉਂਦਾ। ਸੋ ਪ੍ਰੀਵੈਂਸ਼ਨ ਇਹਦੀ ਸਭ ਤੋਂ ਬੈਟਰ ਇਹੀ ਹੈ ਕਿ ਜਦੋਂ ਡਿਜ਼ੀਜ਼ ਘੱਟ ਸਵੀਅਰ ਹੈਗੀ ਹੈ ਉਸ ਵੇਲੇ ਉਹਨੂੰ ਸਾਨੂੰ ਕੰਟਰੋਲ 'ਚ ਰੱਖਣਾ ਚਾਹੀਦਾ ਹੈਗਾ ਇਨਹੇਲਰਸ ਦੇ ਥਰੂ ਜਾਂ ਮੈਡੀਸਿਨ ਵਾਟਐਵਰ ਜੋ ਵੀ ਤੁਹਾਨੂੰ ਡਾਕਟਰ ਜੇ ਪ੍ਰਿਸਕ੍ਰਾਈਬ ਕਰਦੇ ਨੇ। ਬਟ ਫਿਰ ਵੀ ਐਸਥਮੈਟਿਕ ਪੇਸ਼ੈਂਟ ਵੀ ਜੇ ਕਿ ਅਕਿਊਟ ਅਟੈਕ ਆ ਜਾਂਦਾ ਹੈਗਾ ਤੇ ਇਮੀਡੀਏਟਲੀ ਜਿਹੜੇ ਇਨਹੇਲਰਸ ਉਹ ਯੂਜ਼ ਕਰ ਰਿਹਾ ਹੈਗਾ ਉਹ ਇਨਹੇਲਰਸ ਇਮੀਡੀਏਟਲੀ ਉਹਨੂੰ ਦੇਣੇ ਚਾਹੀਦੇ ਨੇ। ਜੇਕਰ ਉਹ ਕਿਸੇ ਐਸੇ ਐਟਮੋਸਫੇਅਰ ਵਿੱਚ ਹੈਗਾ ਜਿੱਥੇ ਧੂਆਂ ਹੈ ਜਾਂ ਕੱਟਾ ਹੈ ਉਹਨੂੰ ਉਸ ਐਟਮੋਸਫੇਅਰ ਤੋਂ ਪਰੇ ਲੈ ਕੇ ਜਾਣਾ ਚਾਹੀਦਾ ਹੈਗਾ। ਜੇ ਲੇਟਿਆ ਹੋਇਆ ਤੇ ਉਹਨੂੰ ਪ੍ਰੈਫਰੇਬਲੀ ਬਿਠਾ ਦੇਣਾ ਚਾਹੀਦਾ ਹੈਗਾ। 2 ਪਫ ਦਿੱਤੇ, 2 ਪਫ ਨਹੀਂ ਆਰਾਮ ਆ ਰਿਹਾ, 10 ਮਿੰਟ ਬਾਅਦ ਤੁਸੀਂ 2 ਪਫ ਹੋਰ ਦੇ ਸਕਦੇ ਹੋ। ਜੇ ਨਹੀਂ ਆਰਾਮ ਆ ਰਿਹਾ then immediately you have to rush to the specialist ਜਾਂ ਜੋ ਵੀ ਡਾਕਟਰ ਨੀਅਰੈਸਟ ਹੈਗਾ। ਥੈਂਕ ਯੂ ਡਾਕਟਰ ਰਵਨੀਤ, ਥੈਂਕ ਯੂ ਵੈਰੀ ਮਚ। ਟਾਈਮ ਥੋੜਾ ਹੈ, ਤੁਹਾਡਾ ਟੌਪਿਕ ਇਹੋ ਜਿਹਾ ਸੀ, ਬਹੁਤ ਟਾਈਮ ਚਾਹੀਦਾ ਸੀਗਾ ਪਰ ਟਾਈਮ ਦੀ ਸ਼ਾਰਟੇਜ ਕਰਕੇ ਫਿਰ ਵੀ ਤੁਸੀਂ ਬੜੇ ਥੋੜੇ ਟਾਈਮ ਦੇ ਵਿੱਚ ਬੜੀਆਂ ਚੰਗੀਆਂ ਗੱਲਾਂ ਨਾਲ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਬ੍ਰੌਂਕੀਅਲ ਅਸਥਮਾ ਕੀ ਹੁੰਦਾ ਤੇ ਕਿਸ ਤਰ੍ਹਾਂ ਇਹ ਤੋਂ ਬਚਾਅ ਕੀਤਾ ਜਾ ਸਕਦਾ ਤੇ ਕੀ ਕੀ ਆਪਾਂ ਪ੍ਰੀਕਾਸ਼ਨਸ ਲੈ ਸਕਦੇ ਹਾਂ। ਸੋ ਇਹ ਸਾਡਾ ਪ੍ਰੋਗਰਾਮ ਜਿਹੜਾ ਹੈ ਇਹਦਾ ਮੇਨ ਫੋਕਸ ਹੀ ਇਹ ਹੈ ਕਿ ਅਸੀਂ ਜਿਹੜੀਆਂ ਨੋਰਮਲ ਜਿਹੜੀਆਂ ਡੇ ਟੂ ਡੇ ਲਾਈਫ ਦੇ ਵਿੱਚ ਸਾਨੂੰ ਨੋਰਮਲ ਬਿਮਾਰੀਆਂ ਨਜ਼ਰ ਆਉਂਦੀਆਂ ਇਹਦੇ ਲਈ ਚੰਗੇ ਡਾਕਟਰਾਂ ਦੀ ਰਾਏ ਤੁਹਾਨੂੰ ਦਿੱਤੀ ਜਾਏ ਜਿਹੜੇ ਕਿ ਇਹਦੇ ਸਪੈਸ਼ਲਿਸਟ ਨੇ। ਉਹਨਾਂ ਨਾਲ ਸੰਪਰਕ ਕਰੋ, ਉਹਨਾਂ ਦਾ ਇਲਾਜ ਕਰਾਓ ਤਾਂ ਜੋ ਤੁਸੀਂ ਇਹ ਭਰਮ ਭਾਵਾਂ ਚੋਂ ਬਾਹਰ ਨਿਕਲੋ, ਆਪਣੀ ਡਾਕਟਰੀ ਕਰਨੀ ਛੱਡੋ, ਕੈਮਿਸਟਾਂ ਦੇ ਚੱਕਰ ਚੋਂ ਨਿਕਲੋ, ਕੁਐਕਸ ਦੇ ਚੱਕਰ ਚੋਂ ਨਿਕਲੋ ਤੇ ਇੱਕ ਚੰਗੀ ਸਿਹਤ ਦਾ ਮਜ਼ਾ ਲਓ। ਥੈਂਕ ਯੂ ਵੈਰੀ ਮਚ। ਅਗਲੇ ਐਪੀਸੋਡ ਦੇ ਵਿੱਚ ਫਿਰ ਇੱਕ ਨਵੇਂ ਡਾਕਟਰ ਤੇ ਨਵੀਂ ਬਿਮਾਰੀ ਦੇ ਨਾਲ ਤੁਹਾਡੇ ਸਾਹਮਣੇ ਆਵਾਂਗੇ। ਥੈਂਕ ਯੂ ਵੈਰੀ ਮਚ।